ਵਾਹਿਗੁਰੂ ਸਾਹਿਬ ਜੀਓ। ਦਰਮਨ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ, ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੇ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਹਾ, ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਸ਼ੰਤ ਮਹਿਲਾ ਪਹਿਲਾ। ਘਰ ਪਹਿਲਾ ਇੱਕ ਓੰਕਾਰ, ਸਤ ਗੁਰ ਪ੍ਰਸਾਦ। ਭਰ ਜੋਨ ਮੈਂ ਮਤ, ਪੀੜੈ ਘਰ ਪਾਹੁਣੀ। ਬਲਰਾਮ ਜੀਓ ਮੈਲੀ ਅਵਗਣ ਚਿੱਤ, ਬਿਨ ਗੁਰ ਗੁਣ ਨਾ ਸਮਾਵਣੀ। ਬਲਰਾਮ ਜੀਓ ਭਰ ਜੋਬਨ ਮੈਂ ਮਤ, ਪੀੜੈ ਘਰ ਪਾਹੁਣੀ। ਬਲਰਾਮ ਜੀਓ ਮੈਲੀ ਅਵਗਣ ਚਿੱਤ, ਬਿਨ ਗੁਰ ਗੁਣ ਨਾ ਸਮਾਵਣੀ। ਬਲਰਾਮ ਜੀਓ ਗੁਣ ਸਾਰ ਨਾ ਜਾਣੀ, ਭਰਮ ਭੁਲਾਣੀ। ਜੋਬਨ ਬਾਦ ਗਵਾਇਆ, ਵਾਰ ਘਰ ਦਰ ਦਰਸ਼ਨ ਨਹੀਂ ਜਾਤਾ। ਫਿਰ ਕਾ ਸਹਿਜ ਨਾ ਪਾਇਆ, ਸਤਿਗੁਰ ਪੂਛ ਨਾ ਮਾਰਗ ਚਾਲੀ। ਸੂਤੀ ਰੈਣ ਵਿਹਾਣੀ, ਨਾਨਕ ਬਾਲ ਤਨ ਰੰਡੇ ਪਾ। ਬਿਨ ਪਿਰ ਧਨ ਕੁਮਲਾਣੀ। ਬਾਬਾ ਮੈਂ ਵਰ ਦੇਹ, ਮੈਂ ਹਰ ਵਰ ਭਾਵੈ। ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ। ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ। ਤ੍ਰਿਭਵਨ ਕੰਤ ਰਵੈ ਸੁਹਾਗਣ, ਅਵਗਣਵੰਤੀ ਦੂਰੇ। ਜੈਸੀ ਆਸਾ ਤੈਸੀ ਮਨਸਾ, ਪੂਰ ਰਹਿਆ ਭਰ ਪੂਰੇ। ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨਾ ਮੈਲੇ ਵੇਸੇ। ਨਾਨਕ ਮੈਂ ਵਰ ਸਾਚਾ ਭਾਵੈ, ਜੁਗ ਜੁਗ ਪ੍ਰੀਤਮ ਤੈਸੇ। ਬਾਬਾ ਲਗਨ ਗਣਾਏ ਹਮ ਵੀ ਵੰਝਾਂ ਸਹੁਰੈ। ਬਲਰਾਮ ਜੀਓ ਸਾਹਾ ਹੁਕਮ ਰਜ਼ਾਏ, ਸੋ ਨਾ ਟਲੈ ਜੋ ਪ੍ਰਭ ਕਰੈ। ਬਲਰਾਮ ਜੀਓ
ਕਿਰਤ ਪਿਆ ਕਰਤੈ ਕਰ ਪਾਇਆ, ਮੇਟ ਨਾ ਸਕੈ ਕੋਈ। ਜਾਂਜੀ ਨਾਉ ਨਰਹਿ ਨਹਿ ਕੇਵਲ, ਰਬ ਰਹਿਆ ਤਿਹ ਲੋਈ। ਮਾਇਨ ਰਾਸੀ ਰੋਏ ਬਿਸ਼ੁੰਨੀ, ਬਾਲੀ ਬਾਲੈ ਹੇਤੇ। ਨਾਨਕ ਸਾਚ ਸ਼ਬਦ ਸੁਖ ਮਹਿਲੀ, ਗੁਰ ਚਰਨੀ ਪ੍ਰਭ ਚੇਤੇ। ਬਾਬੁਲ ਦਿੱਤੜੀ ਦੂਰ, ਨਾ ਆਵੇ ਘਰ ਪਈਐ ਬਲਰਾਮ ਜੀਓ। ਰਹਿਸੀ ਵੇਖ ਹਦੂਰ, ਫਿਰ ਰਾਵੀ ਘਰ ਸੋਹੀਐ ਬਲਰਾਮ ਜੀਓ। ਸਾਚੇ ਫਿਰ ਲੋੜੀ ਪ੍ਰੀਤਮ ਜੋੜੀ, ਮਤ ਪੂਰੀ ਪ੍ਰਧਾਨੇ। ਸੰਜੋਗੀ ਮੇਲਾ ਥਾਨ ਸੁਹੇਲਾ, ਗੁਣਵੰਤੀ ਗੁਰ ਗਿਆਨੇ। ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਫਿਰ ਭਾਏ। ਨਾਨਕ ਵਿਛੁੜ ਨਾ ਦੁਖ ਪਾਏ, ਗੁਰਮਤਿ ਅੰਕ ਸਮਾਏ। ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਫਿਰ ਭਾਏ। ਨਾਨਕ ਵਿਛੁੜ ਨਾ ਦੁਖ ਪਾਏ, ਗੁਰਮਤਿ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹਿਲਾ ਪਹਿਲਾ, ਘਰ ਪਹਿਲਾ। ਇਕ ਓੰਕਾਰ ਸਤਿ ਗੁਰ ਪ੍ਰਸਾਦ, ਪਰ ਜੋਬਨ ਮੈਂ ਮਤ ਪੀੜ ਘਰ ਪਾਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿਤ, ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਬਾਅਦ ਜੁੜ ਬੈਠੇ ਗੁਰੂ ਸਵਾਰਿਓ, ਆਪ ਸਭ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਜੁੜ ਬੈਠ ਅੰਮ੍ਰਿਤਮਈ ਨਿਤਨੇਮ ਬਾਣੀਆਂ ਦੇ ਜਾਪ ਆਪ ਜੀ ਨੇ ਸਰਵਨ ਕੀਤੇ ਨੇ। ਅੱਜ ਅੰਮ੍ਰਿਤ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਤਖਤਾਂ ਤੇ ਬਿਰਾਜਮਾਨ ਹੋ ਕਰਕੇ ਸਮੁੱਚੀ ਲੋਕਾਈ ਦੇ ਭਲੇ ਲਈ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਪਾਵਨ ਸ਼ਬਦ ਸੂਹੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 763 ਦੇ ਉੱਪਰ ਸੁਭਾਏਮਾਨ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਰਾਗ ਸੂਹੀ ਸ਼ੰਤ ਮਹਿਲਾ ਪਹਿਲਾ ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਪਰ ਜੋਬਨ ਮੈਂ ਮਤ ਪੀੜੈ ਘਰ ਪਾਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿਤ, ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ।
ਅੱਜ ਦੇ ਇਸ ਮੁਬਾਰਕ ਹੁਕਮ ਦੇ ਅੰਦਰ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਹੇ ਭਾਈ, ਅਸੀਂ ਜਿੰਨੇ ਵੀ ਜੀਵ ਹਾਂ ਸਾਰੇ ਹੀ ਜੀਵ ਰੂਪ ਇਸਤਰੀਆਂ ਹਾਂ ਅਤੇ ਇਹ ਸੰਸਾਰ ਜੋ ਹੈ ਇਹ ਸਾਡਾ ਪੇਕਾ ਘਰ ਹੈ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਇੱਕ ਬੱਚੀ ਸਦਾ ਆਪਣੇ ਪੇਕੇ ਘਰ ਨਹੀਂ ਰਹਿੰਦੀ, ਇੱਕ ਨਾ ਇੱਕ ਦਿਨ ਉਸਨੇ ਸਹੁਰੇ ਘਰ ਜਾਣਾ ਹੈ। ਇਸ ਲਈ ਹਰ ਇੱਕ ਬੱਚੀ ਦੇ ਮਾਂ-ਬਾਪ ਇਸ ਗੱਲ ਦੇ ਲਈ ਬਹੁਤ ਫਿਕਰਮੰਦ ਹੁੰਦੇ ਨੇ ਕਿ ਸਾਡੀ ਬੱਚੀ ਹੁਣ ਜਵਾਨ ਹੋ ਗਈ ਹੈ, ਵਿਆਹੁਣ ਯੋਗ ਹੈ, ਇਹਨੇ ਸਹੁਰੇ ਘਰ ਜਾਣਾ। ਸਹੁਰੇ ਘਰ ਦੇ ਵਿੱਚ ਜਾ ਕੇ ਇਹਨੂੰ ਮਾਣ, ਇੱਜ਼ਤ, ਪਿਆਰ, ਸਤਿਕਾਰ ਮਿਲ ਸਕੇ, ਉਸ ਵਾਸਤੇ ਉਹ ਯਤਨ ਕਰਦੇ ਨੇ ਕਿ ਅਸੀਂ ਆਪਣੀ ਬੱਚੀ ਨੂੰ ਚੰਗੀ ਜੀਵਨ ਜਾਚ, ਚੰਗੀ ਸਿੱਖਿਆ ਦੇ ਸਕੀਏ। ਉਹਨਾਂ ਵੱਲੋਂ ਯਤਨ ਕੀਤਾ ਜਾਂਦਾ ਤੇ ਯਤਨ ਸਾਨੂੰ ਕਰਨਾ ਵੀ ਚਾਹੀਦਾ ਹੈ। ਇਸੇ ਤਰ੍ਹਾਂ ਹਜ਼ੂਰ ਨੇ ਆਖਿਆ, ਅਸੀਂ ਸਾਰੇ ਜੀਵ ਰੂਪ ਇਸਤਰੀਆਂ ਹਾਂ, ਅਸੀਂ ਵੀ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ, ਇਸ ਪੇਕੇ ਘਰ ਨੂੰ ਛੱਡ ਕੇ ਨਿਰੰਕਾਰ ਦੇ ਦੇਸ ਜਾਣਾ ਹੈ। ਪਰ ਜੇਕਰ ਅਸੀਂ ਇਸ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਵਿੱਚ ਚੰਗਾ ਆਚਾਰ, ਚੰਗਾ ਵਿਹਾਰ, ਚੰਗਾ ਕਿਰਦਾਰ ਨਾ ਲਿਆ ਸਕੇ, ਜੀਵਨ ਵਿੱਚ ਚੰਗੇ ਗੁਣ ਗ੍ਰਹਿਣ ਨਾ ਕਰ ਸਕੇ, ਤਾਂ ਸਹੁਰੇ ਘਰ ਦੇ ਵਿੱਚ ਜਾ ਕੇ ਇੱਜ਼ਤ ਨਹੀਂ ਮਿਲਣੀ। ਬਾਣੀ ਦੇ ਅੰਦਰ ਮਹਾਰਾਜ ਨੇ ਬਖਸ਼ਿਸ਼ ਕਰਕੇ ਸਮਝਾਇਆ, ਕਹਿਣ ਲੱਗੇ, ਇੱਕ ਬੱਚੀ ਜਿਸ ਨੂੰ ਪੇਕੇ ਘਰ ਵਿੱਚ ਬੜਾ ਮਾਣ, ਸਤਿਕਾਰ ਤੇ ਪਿਆਰ ਮਿਲਦਾ, ਕਿਉਂ ਕਿਹਾ ਜਾਂਦਾ ਹੈ ਕਿ ਬੱਚੀ ਸਾਡੀ ਲਾਡਲੀ ਹੈ, ਇਹ ਬੱਚੀ ਬੜੀ ਪਿਆਰੀ ਹੈ, ਸਾਰੇ ਉਹਨੂੰ ਲਾਡ ਲਡਾਉਂਦੇ ਨੇ, ਲਾਡਲੀ ਕਹਿ ਕੇ ਬੜਾ ਮਾਣ ਤੇ ਸਤਿਕਾਰ ਦਿੰਦੇ ਨੇ। ਪਰ ਸਾਹਿਬ ਨੇ ਆਖਿਆ, ਸਹੁਰੇ ਘਰ ਦੇ ਵਿੱਚ ਮਾਣ ਤਾਂ ਮਿਲੇਗਾ ਜੇ ਉਹਦੇ ਪੱਲੇ ਚੰਗੇ ਗੁਣ ਹੋਏ। ਉੱਥੇ ਨਹੀਂ ਮੰਨਿਆ ਜਾਣਾ ਵੀ ਇਹ ਪੇਕਿਆਂ ਦੀ ਬੜੀ ਲਾਡਲੀ ਹੈ ਤੇ ਇਹਨੂੰ ਸਹੁਰੇ ਘਰ ਦੇ ਵਿੱਚ ਮਾਣ ਮਿਲੇ, ਇੱਜ਼ਤ ਮਿਲੇ। ਪੇਕਿਆਂ ਦੇ ਘਰ ਹੋਏਗੀ ਲਾਡਲੀ, ਪਰ ਸਹੁਰਿਆਂ ਦੇ ਘਰ ਜਾ ਕੇ ਉਹਦੇ ਗੁਣਾਂ ਦੀ ਕਦਰ ਪੈਣੀ। ਜੇ ਉਹਦੇ ਪੱਲੇ ਗੁਣ ਹੋਏ ਤੇ ਤਾਂ ਉਹਨੂੰ ਮਾਣ ਤੇ ਸਤਿਕਾਰ ਮਿਲੇਗਾ। ਇੱਥੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਭਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਓ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਇਸ ਪਾਵਨ ਸ਼ੰਤ ਦੇ ਪਹਿਲੇ ਬੰਦ ਅੰਦਰ, ਹੇ ਭਾਈ, ਮੈਂ ਜੀਵ ਰੂਪ ਇਸਤਰੀ ਭਰ ਜੋਬਨ ਜਵਾਨੀ ਨਾਲ ਭਰੀ ਹੋਈ ਆ, ਮੈਂ ਆਪਣੇ ਪੇਕੇ ਘਰ ਵਿੱਚ ਰਹਿ ਰਹੀ ਹਾਂ, ਪੇਕੇ ਘਰ ਦੇ ਵਿੱਚ। ਪਰ ਪੇਕੇ ਘਰ ਦੇ ਵਿੱਚ ਮੇਰਾ ਸਦੀਵ ਕਾਲ ਲਈ ਵਾਸਾ ਨਹੀਂ, ਮੈਂ ਇੱਕ ਪ੍ਰਾਹੁਣਿਆਂ ਦੀ ਤਰ੍ਹਾਂ ਪੇਕੇ ਘਰ ਵਿੱਚ ਰਹਿ ਰਹੀ ਹਾਂ। ਪਰ ਇਸ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਮੈਂ ਕਦੇ ਵੀ ਧਿਆਨ ਨਹੀਂ ਦਿੱਤਾ, ਕਦੇ ਵੀ ਸੋਚਿਆ ਨਹੀਂ ਕਿ ਮੈਂ ਇੱਕ ਦਿਨ ਸਹੁਰੇ ਘਰ ਵੀ ਜਾਣਾ ਹੈ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਕਹਿਣ ਲੱਗੇ, ਮੈਂ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਚੰਗਾ ਗੁਣ ਗ੍ਰਹਿਣ ਨਹੀਂ ਕਰ ਸਕੀ, ਚੰਗੇ ਵਿਚਾਰ ਆਪਣੀ ਜ਼ਿੰਦਗੀ ਵਿੱਚ ਧਾਰਨ ਨਹੀਂ ਕਰ ਸਕੀ। ਤੇ ਸੱਚ ਜਾਣਿਓ, ਮਨੁੱਖਾ ਜ਼ਿੰਦਗੀ ਦੇ ਅੰਦਰ ਜੇਕਰ ਚੰਗੀ ਵਿਚਾਰਧਾਰਾ, ਚੰਗੇ ਗੁਣ ਨਹੀਂ ਹੋਣਗੇ, ਅਵਗੁਣਾਂ ਨਾਲ ਭਰਿਆ ਹੋਇਆ ਮਨੁੱਖ ਕਿਤੇ ਵੀ ਉਹਨੂੰ ਸਤਿਕਾਰ ਨਹੀਂ ਮਿਲਦਾ, ਕਿਤੇ ਵੀ, ਇਸ ਸੰਸਾਰ ਵਿੱਚ ਵੀ ਤੇ ਨਿਰੰਕਾਰ ਦੇ ਘਰ ਵੀ ਉਹਨੂੰ ਸਤਿਕਾਰ ਨਹੀਂ।
क्योंकि कदर तां केवल गुणां दी पैणी है, औगुणां दी नहीं। कदर केवल गुणां दी पैंदी है, इस करके हजूर ने बख्शिश कीती। कहन लगे गुण तैनू भलिया जिथों भी मिलन लै लई, चंगी चीज़ ग्रहण कर लैनी चाहिदी है। पर सच तां इह है कि मनुख गुण ग्रहण करन दी थावें औगुणां दीयां पंडां बन्नी जांदा है। औगुण जिथों भी मिलने नो फटाफट ग्रहण कर लैंदा है। गुण धारण नहीं करदा, औगुणां दीयां पंडां बन्नी जा रहा है। ते भाई गुरदास जी ने भी इस औगण यारे मनुख दा जीवन साडे सामने रखिया है। कहंदे जैसे परनिंदा सुने सावधान सुरत कै, तैसे गुर शब्द न सुने उत्साह कै। कहंदे जिन्ने ध्यान दे नाल ये पराई निंदिया चुगली सुनदा है, ओने ध्यान नाल ओने प्रेम नाल इन्हें कदे गुरु का शब्द नहीं सुनिया। हुण ये मनुख दा बहुत वड्डा औगण है कि असीं प्रेम नाल गुरु का शब्द गुरबाणी नहीं सुनते। चुगली ते निंदिया होवे असीं पूरा ध्यान ला देने भी कोई भी गल जिहड़ी है ना वो खुंझनी नहीं चाहिदी, हर गल दा मैनूं पता लग जाना चाहिए। ते भाई साहब कहंदे जैसे पर दरब हरन को चरण धावै, तैसे कीर्तन साध संगत ना उमा के। कोई माड़ा काम करन जाना होवे, चोरी करन जानी होवे, जिन्ने काले काले कदम इहदे उधर नूं जांदे ने, ओने काले कदम इहदे कदे सत संगत वाले पासे नहीं चले। जिन्ने ध्यान दे नाल पराया रूप तकदा, जैसे परदारा को दर्श दृग देखियो चाहे, तैसे गुर दर्शन देखत है ना चाक। जिन्ने ध्यान दे नाल जिन्नी रीझ दे नाल ये रूप नूं तकदा है, हजूर ने आख्या ओने ध्यान नाल ओनी रीझ नाल इन्हें कदे गुरु के दर्शन नहीं कीते। ते आखिरी बंद विच भाई गुरदास ने फैसला सुना दिता, उल्लू काग नाग ध्यान खान पान को नहीं जाने, ऊच पद पावे नहीं नीच पद गा के। उल्लू दी गल कीती, कां दी, सप दी गल कीती है। कहन लगे जिवें सप नूं भावें कोई दुध पियावे चुलियां दे नाल, पर उन्हें डांग ही मारना, उन्हें मुखों जहर ही सुटना है। कां दे अगे जिन्ने मर्जी सुगंधी वाले पदार्थ रखी उस छड्ड के ते गंदगी विच जाके चुंझा मारदा है। जिवें उल्लू नूं चानना नहीं चंगा लगदा, हनेरे विच ही जा जाके छुपदा है। इसे तरह मनुख भी औगणां नूं इकट्ठे कर रहा, औगणां दीयां पंडां बन्नी जा रहा है। गुण ग्रहण नहीं करता, समझदा नहीं कि मेरी जिंदगी का कीमती समा लंघदा जा रहा है। इस संसार रूपी पेके घर नूं मैं एक दिन छड्ड देना है, ते जिस दिन इस पेके घर नूं छड्ड के जावांगा, जे मेरे पल्ले कोई गुण ना होया ते मेरी किते भी कदर नहीं पाएगी। मैली अवगण चित, कहंदे मैं औगणां नाल भरी होई हाँ, मेरे कोल गुण कोई नहीं, मैं औगण इकट्ठे कर ले। गुण सार ना जानी भरम भुलानी, जोबन बाद गवाया। कहंदे मैं सार जान ही नहीं सकी, मैं इस गल नूं समझ नहीं सकी कि पति दे घर मान तां मिलना जे जीवन विच गुण होणगे। कहंदे मैं ते अपना जोबन अपनी जवानी व्यर्थ गवा दित्ती मंदे कर्मां विच लग के। ते सच जाणियो बहुत सारे लोग जोबन जवानी जदों लंघ जाए पछतावा करते ने कि मैं अपनी जिंदगी दे अंदर कोई भी चंगा काम नहीं कर सकिया, पछतावा पल्ले रह जाता। बाबा फरीद साहब दे पावन बचन ने कहन लगे, हे प्रभु मेरे ते कृपा कर, मेरी प्रीत तेरे चरनां नाल सदा बनी रहे। जोबन जांदे ना डरां, जे शह प्रीत न जाए फरीदा, किती जोबन प्रीत बिन सुख गए कुमलाए। कहंदे तेरे चरनां नाल प्रीत बनी रहे,
ਤੇ ਜਿੰਦੀ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਬਣੀ ਰਹਿੰਦੀ ਹੈ, ਉਹਦਾ ਜੀਵਨ ਸਾਧ ਸੰਗਤ ਸਫਲਾ ਹੈ। ਜਿਹਨੂੰ ਪ੍ਰਭੂ ਪਰਮੇਸ਼ਰ ਖਸਮ ਮਾਲਕ ਚੇਤੇ ਨਹੀਂ, ਉਹ ਔਗਣਾਂ ਦੇ ਵਿੱਚ ਲੱਗ ਕੇ ਜ਼ਿੰਦਗੀ ਉਹਦੀ ਖੱਜਲ ਤੇ ਖੁਆਰ ਹੋ ਜਾਂਦੀ ਹੈ। ਕਹਿਣ ਲੱਗੇ ਮੈਂ ਭਰਮਾਂ ਵਿੱਚ ਭੁੱਲੀ ਹੋਈ ਨੇ ਆਪਣਾ ਜੋਬਨ, ਆਪਣੀ ਜਵਾਨੀ, ਭਾਵੇਂ ਕੀਮਤੀ ਸਮਾਂ ਮਨੁੱਖਾ ਜ਼ਿੰਦਗੀ ਦਾ ਅਜਾਈਂ ਗਵਾ ਲਿਆ, ਅਜਾਈਂ। ਤੇ ਸੱਚਮੁੱਚ ਇੱਕ ਇੱਕ ਸਕਿੰਟ ਬੜਾ ਕੀਮਤੀ, ਇੱਕ ਇੱਕ ਸਾਹ ਦੀ ਬੜੀ ਕੀਮਤ ਹੈ। ਸਾਧ ਸੰਗਤ ਜਿਹੜਾ ਮਨੁੱਖ ਆਖਰੀ ਸਾਹ ਲੈ ਰਿਹਾ ਹੋਵੇ ਜ਼ਿੰਦਗੀ ਦੇ, ਉਹਨੂੰ ਪੁੱਛੀਏ ਭਲਾ ਤੂੰ ਦੱਸ ਇੱਕ ਇੱਕ ਸਵਾਸ ਕਿੰਨਾ ਕੀਮਤੀ ਹੈ। ਜਿਹੜਾ ਮਨੁੱਖ ਜ਼ਿੰਦਗੀ ਦੇ ਆਖਰੀ ਸਾਹ ਲੈ ਰਿਹਾ ਹੈ ਨਾ, ਉਸ ਬੰਦੇ ਨੂੰ ਪਤਾ ਹੈ ਕਿ ਇੱਕ ਸਾਹ ਦੀ ਕਿੰਨੀ ਕੀਮਤ ਹੁੰਦੀ ਹੈ। ਵੈਸੇ ਅਸੀਂ ਸਮੇਂ ਦੀ ਅਹਿਮੀਅਤ ਨੂੰ ਜਾਣਿਆ ਨਹੀਂ। ਕੁਝ ਸਕਿੰਟ ਲੇਟ ਹੋਣ ਕਰਕੇ ਜਿਸ ਬੰਦੇ ਦੀ ਟ੍ਰੇਨ ਛੁੱਟ ਜਾਏ, ਨਾ ਮਿਲੇ, ਉਹਨੂੰ ਪਤਾ ਹੁੰਦਾ ਕਿ ਕੁਝ ਸਕਿੰਟਾਂ ਦੀ ਕੀ ਕੀਮਤ ਹੈ। ਕੁਝ ਮਿੰਟ ਲੇਟ ਹੋਣ ਨਾਲ ਜਿਹੜਾ ਬੱਚਾ ਪ੍ਰੀਖਿਆ ਨਹੀਂ ਦੇ ਸਕਿਆ, ਫੇਲ ਹੋ ਗਿਆ, ਇੱਕ ਸਾਲ ਉਹਦਾ ਮਾਰਿਆ ਗਿਆ, ਉਹਨੂੰ ਪਤਾ ਕਿ ਸਮੇਂ ਦੀ ਕੀ ਕੀਮਤ ਹੈ। ਕੁਝ ਮਿੰਟਾਂ ਦੀ ਦੇਰੀ ਨੇ ਮੈਨੂੰ ਕਿੰਨੀ ਦੂਰ ਪਾ ਦਿੱਤਾ, ਕਿੰਨਾ ਮੈਂ ਪਛੜ ਗਿਆ ਹਾਂ। ਇਸ ਤਰ੍ਹਾਂ ਹਜ਼ੂਰ ਨੇ ਆਖਿਆ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਭਰਮਾਂ ਵਿੱਚ ਪੈ ਕੇ ਜੋਬਨ ਜਵਾਨੀ ਨੂੰ ਵਿਅਰਥੀ ਗਵਾ ਲਿਆ। ਮੈਂ ਸਮਝ ਨਹੀਂ ਸਕਿਆ ਕਿ ਮਨੁੱਖਾ ਦੇਹ ਦਾ ਇਹ ਸਮਾਂ ਬੜਾ ਕੀਮਤੀ, ਇੱਕ ਇੱਕ ਪਲ ਬੜਾ ਕੀਮਤੀ ਸੀ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਫਿਰ ਕਾ ਸਹਿਜ ਨਾ ਪਾਇਆ। ਕਹਿਣ ਲੱਗੇ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਕਦੇ ਵੀ ਗੁਰੂ ਕੇ ਦਰਸ਼ਨ ਨਹੀਂ ਕਰ ਸਕਿਆ, ਕਦੇ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਨਹੀਂ ਜੁੜ ਸਕਿਆ, ਕਦੇ ਉਸ ਪਿਆਰੇ ਪ੍ਰਭੂ ਪਤੀ ਦੇ ਗੁਣ ਨਹੀਂ ਗਾਏ। ਮੇਰੀ ਜ਼ਿੰਦਗੀ ਵਿੱਚ ਸਹਿਜ ਨਹੀਂ ਰਿਹਾ, ਭਟਕਣਾ ਵੱਧ ਗਈ। ਕਿਉਂਕਿ ਜੇ ਪ੍ਰਭੂ ਪਰਮੇਸ਼ਰ ਦੇ ਗੁਣ ਰਸਨਾ ਨਾਲ ਗਾਉਂਦੇ ਤੇ ਹਜ਼ੂਰ ਨੇ ਆਖਿਆ ਜ਼ਿੰਦਗੀ ਵਿੱਚ ਤੇਰੇ ਸਹਿਜ ਆਉਣਾ ਸੀ। ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਜ਼ਿੰਦਗੀ ਵਿੱਚੋਂ ਦੁੱਖ ਦੂਰ ਹੋਣੇ ਸਨ, ਜ਼ਿੰਦਗੀ ਵਿੱਚ ਸਹਿਜ ਆਉਣਾ ਸੀ। ਕਹਿਣ ਲੱਗੇ ਮੈਂ ਆਪਣੇ ਮਾਲਕ ਨੂੰ ਪਛਾਣ ਨਹੀਂ ਸਕੀ, ਮੈਂ ਜਾਣ ਨਹੀਂ ਸਕੀ, ਉਹਦਾ ਦਰਸ਼ਨ ਨਹੀਂ ਕਰ ਸਕੀ, ਉਹਦੇ ਘਰ ਨੂੰ ਨਹੀਂ ਜਾਣ ਸਕੀ। ਮੇਰੀ ਜ਼ਿੰਦਗੀ ਵਿੱਚ ਸਹਿਜ ਨਹੀਂ, ਸਮੁੱਚੀ ਜ਼ਿੰਦਗੀ ਹੀ ਭਟਕਣਾ ਵਿੱਚ ਲੰਘ ਗਈ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਕਹਿੰਦੇ ਮੈਂ ਗੁਰੂ ਨੂੰ ਪੁੱਛਿਆ ਹੀ ਨਹੀਂ, ਸਤਿਗੁਰੂ ਕਿਰਪਾ ਕਰੋ, ਮੈਨੂੰ ਦੱਸੋ ਮੈਂ ਕਿਸ ਰਸਤੇ ਤੇ ਤੁਰਾਂ ਜਿੱਥੇ ਮੈਨੂੰ ਸਹਿਜੇ ਹੀ ਮੰਜ਼ਿਲ ਮਿਲ ਜਾਏ। ਕਹਿੰਦੇ ਮੈਂ ਤਾਂ ਸੁੱਤੀ ਰਹੀ ਹਾਂ। ਤੇ ਸਾਧ ਸੰਗਤ ਨੀਂਦ ਜਿਹੜੀ ਹੈ ਨਾ, ਨੀਂਦ ਦੋ ਤਰ੍ਹਾਂ ਦੀ ਹੈ। ਇੱਕ ਤਾਂ ਹਰ ਇੱਕ ਮਨੁੱਖ ਜਦੋਂ ਸੂਰਜ ਢਲ ਜਾਂਦਾ ਹੈ, ਸੂਰਜ ਢਲਣ ਤੋਂ ਬਾਅਦ ਹਰ ਇੱਕ ਮਨੁੱਖ ਪ੍ਰਸ਼ਾਦਾ ਪਾਣੀ ਛਕ ਕੇ ਆਰਾਮ ਕਰਦਾ ਹੈ। 6-8 ਘੰਟੇ 10 ਘੰਟੇ ਮਨੁੱਖ ਸੌਂਦਾ ਹੈ। ਇੱਕ ਤੇ ਉਹ ਨੀਂਦ ਹੈ, ਉਹ ਨੀਂਦ ਲੈਣੀ ਅਤੀ ਜ਼ਰੂਰੀ ਹੈ। ਉਹ ਨੀਂਦ ਨਹੀਂ ਲਵਾਂਗੇ ਤੇ ਸਰੀਰ ਜਿਹੜਾ ਹੈ ਤੰਦਰੁਸਤ ਨਹੀਂ ਰਹਿ ਸਕਦਾ। ਪਰ ਇੱਕ ਨੀਂਦ ਜਿਹੜੀ ਉਹਦਾ ਜ਼ਿਕਰ ਬਾਣੀ ਵਿੱਚ ਕੀਤਾ, ਉਹ ਨੀਂਦ ਜਿਹੜੀ ਹੈ ਉਹਦੇ ਵਿੱਚ ਵੀ ਮਹਾਰਾਜ ਨੇ ਆਖਿਆ ਬੜੇ ਲੋਕ ਸੁੱਤੇ ਹੋਏ ਨੇ, ਪਰ ਉਹ ਨੀਂਦ ਜਿਹੜੀ ਹੈ ਚੰਗੀ ਨਹੀਂ, ਠੀਕ ਨਹੀਂ। ਉਹ ਨੀਂਦ ਨੁਕਸਾਨ ਕਰ ਦਿੰਦੀ, ਜ਼ਿੰਦਗੀ ਬਰਬਾਦ ਕਰ ਦਿੰਦੀ ਹੈ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਹ ਸਾਰੇ ਸੁੱਤੇ ਹੋਏ ਨੇ। ਹਜ਼ੂਰ ਨੇ ਆਖਿਆ ਜੀਭ ਸੁੱਤੀ ਹੋਈ ਹੈ, ਅੱਖਾਂ ਸੁੱਤੀਆਂ ਨੇ, ਕੰਨ ਸੁੱਤੇ ਨੇ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਕਹਿੰਦੇ ਅੱਖਾਂ ਪਰਾਇਆ ਰੂਪ ਦੇਖਣ ਵਿੱਚ ਮਸਤ ਨੇ, ਸੁੱਤੀਆਂ ਹੋਈਆਂ ਨੇ। ਰਸਨਾ ਸੋਈ ਲੋਭ ਮੀਠੇ ਸਾਧ, ਰਸਨਾ ਸਵਾਦਾਂ ਵਿੱਚ ਖਚਤਾ ਹੈ, ਇਹ ਵੀ ਸੁੱਤੀ ਪਈ ਹੈ।
ਮਨ ਦੇ ਵਿੱਚ ਮਾਇਆ ਦੀਆਂ ਕਥਾ ਕਹਾਣੀਆਂ ਚੱਲਦੀਆਂ ਰਹਿੰਦੀਆਂ ਨੇ। ਮਨੁੱਖ ਆਪਣੇ ਮਨ ਦੇ ਵਿੱਚ ਬੈਠਾ ਨਾ ਕਈ ਗਿਣਤੀਆਂ ਮਿਣਤੀਆਂ ਗਿਣੀ ਜਾਂਦਾ ਏ ਕਿ ਹੁਣ ਮੇਰੇ ਕੋਲ ਇੰਨਾ ਧਨ ਆ ਗਿਆ, ਕੱਲ ਨੂੰ ਇੰਨਾ ਹੋ ਜਾਏਗਾ, ਪਰਸੋਂ ਇੰਨਾ, ਫਿਰ ਮੈਂ ਆਹ ਕਰਾਂਗਾ, ਆਹ ਕਰਾਂਗਾ, ਆਹ ਕਰਾਂਗਾ। ਇਹ ਮਾਇਆ ਦੀਆਂ ਗਿਣਤੀਆਂ ਮਿਣਤੀਆਂ ਮਨੁੱਖ ਬੈਠਾ ਬੈਠਾ ਕਰੀ ਜਾਂਦਾ ਹੈ। ਹਜ਼ੂਰ ਨੇ ਆਖਿਆ ਸੁੱਤਾ ਪਿਆ ਵੀ ਪਰਮੇਸ਼ਰ ਚੇਤੇ ਨਹੀਂ। ਮਾਇਆ ਦੀਆਂ ਕਥਾ ਕਹਾਣੀਆਂ ਚੱਲੀ ਜਾਂਦੀਆਂ ਨੇ, ਸਾਰੇ ਸੁੱਤੇ ਹੋਏ ਨੇ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਸੋ ਆਪਣੀ ਲਹਿ। ਕਹਿੰਦੇ ਸਾਰੇ ਸੁੱਤੇ ਹੋਏ ਨੇ ਤੇ ਇਸ ਨਗਰ ਦੇ ਵਿੱਚ ਮਨੁੱਖਾ ਸਰੀਰ ਦੇ ਅੰਦਰੋਂ ਕਹਿੰਦੇ ਵਿਕਾਰ ਜਿਹੜੇ ਨੇ ਸ਼ੁਭ ਗੁਣ ਸਾਰੇ ਚੋਰੀ ਕਰਕੇ ਲੈ ਕੇ ਜਾ ਰਹੇ ਨੇ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਹੁਣ ਜੇ ਬੰਦਾ ਘੂਕ ਸੁੱਤਾ ਹੋਇਆ ਹੈ ਤੇ ਚੋਰ ਚੋਰੀ ਕਰ ਰਹੇ ਨੇ, ਸਾਧ ਸੰਗਤ ਜੇ ਸੁੱਤਾ ਰਿਹਾ ਜਾਗਿਆ ਨਾ ਤੇ ਫਿਰ ਚੋਰਾਂ ਨੂੰ ਤੇ ਮੌਜ ਲੱਗੀ ਰਹਿਣੀ ਹੈ। ਉਹਨਾਂ ਤੇ ਸਮਾਨ ਲੁੱਟ ਕੇ ਨਿਕਲ ਜਾਣਾ ਹੈ। ਸਵੇਰੇ ਉੱਠੇਗਾ ਖਾਲੀ ਘਰ ਵੇਖ ਕੇ ਪਛਤਾਵੇਗਾ, ਰੋਏਗਾ। ਹੁਣ ਚੋਰ ਜਦੋਂ ਆਉਂਦੇ ਨੇ ਉਹ ਬੜੇ ਸਹਿਜੇ ਸਹਿਜੇ ਆਉਂਦੇ, ਬੜੇ ਸ਼ਾਤਰ ਨੇ। ਉਹ ਪਤਾ ਨਹੀਂ ਲੱਗਣ ਦਿੰਦੇ ਕਿਹੜੇ ਵੇਲੇ ਘਰ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਉਧਰ ਗਲੀ ਦੇ ਵਿੱਚ ਜਿਹੜਾ ਚੌਂਕੀਦਾਰ ਹੈ ਨਾ, ਉਹ ਵਿਸਲ ਮਾਰਦਾ ਹੈ, ਡੰਡਾ ਜ਼ਮੀਨ ਤੇ ਮਾਰ ਕੇ ਖੜਕਾ ਕਰਦਾ ਹੈ ਤੇ ਇਹ ਕਹਿੰਦਾ ਵੀ ਜਾਗਦੇ ਰਹੋ, ਕਿਤੇ ਸੌ ਨਾ ਜਾਇਓ, ਸੁਚੇਤ ਹੋ ਜਾਇਓ ਭਾਈ। ਗੁਰੂ ਵੀ ਹੋਕਾ ਦੇ ਰਿਹਾ ਹੈ, ਪੁਰਖਾ ਤੂੰ ਜਾਗਦਾ ਰਹੀਂ, ਸੁਚੇਤ ਰਹੀਂ, ਕਿਤੇ ਸੌ ਨਾ ਜਾਈ। ਜੇ ਤੂੰ ਸੌ ਗਿਆ ਤੇ ਲੁੱਟਿਆ ਜਾਏਗਾ, ਕੁਝ ਵੀ ਤੇਰੇ ਹੱਥ ਪੱਲੇ ਨਹੀਂ ਆਉਣਾ। ਇੱਥੇ ਮਹਾਰਾਜ ਨੇ ਆਖਿਆ ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਕਹਿੰਦੇ ਮੈਂ ਆਪਣੇ ਮੰਜ਼ਿਲ ਤੇ ਪਹੁੰਚਣਾ ਸੀ, ਰਸਤੇ ਤੇ ਪਹੁੰਚਣਾ ਸੀ, ਪਰ ਹੋਇਆ ਕਿ ਮੋਹ ਮਾਇਆ ਦੀ ਨੀਂਦ ਵਿੱਚ ਪੈ ਕੇ ਮੈਂ ਤੇ ਸੌਂ ਗਈ। ਰਸਤੇ ਤੇ ਤੁਰੀ ਨਹੀਂ, ਰਸਤਾ ਪੁੱਛਿਆ ਹੀ ਨਹੀਂ। ਤੇ ਸਾਧ ਸੰਗਤ ਜੇ ਕਰ ਮਨੁੱਖ ਤੁਰੇਗਾ ਨਹੀਂ, ਚੱਲੇਗਾ ਨਹੀਂ ਤੇ ਆਪਣੀ ਮੰਜ਼ਿਲ ਤੇ ਕਿਵੇਂ ਪਹੁੰਚੇਗਾ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਕਹਿੰਦੇ ਜ਼ਿੰਦਗੀ ਦੀ ਤੇ ਲੰਘ ਜਾਣੀ ਹੈ, ਇਹ ਸਮਾਂ ਤੇ ਲੰਘ ਹੀ ਜਾਣਾ ਹੈ। ਭਾਵੇਂ ਕੋ ਸੁੱਤਿਆਂ ਬਿਤਾ ਦੇ ਤੇ ਭਾਵੇਂ ਕੋ ਉਹਦੀ ਬੰਦਗੀ ਕਰਦਿਆਂ ਸਮਾਂ ਲੰਘਾਵੇ, ਸਮਾਂ ਤੇ ਲੰਘ ਹੀ ਜਾਣਾ ਹੈ। ਪਰ ਇਹ ਗੱਲ ਦਾ ਧਿਆਨ ਕਰ ਲਈਏ, ਜਿਹੜਾ ਸਮਾਂ ਜਿਹੜੇ ਸਵਾਸ ਉਹਦੀ ਬੰਦਗੀ ਕਰਦਿਆਂ ਹੋਇਆਂ ਬਤੀਤ ਹੋਣਗੇ, ਉਹੀ ਲੇਖੇ ਵਿੱਚ ਪੈਣੇ ਨੇ, ਉਹੀ ਸਫਲ ਹੋਣੇ ਨੇ। ਸੁੱਤਿਆਂ ਹੋਇਆਂ ਵਿਕਾਰਾਂ ਦੀ ਦੁਨੀਆ ਵਿੱਚ ਗਲਤਾਨ ਹੋ ਕੇ ਜਿੰਨੀ ਕੁ ਮਰਜ਼ੀ ਲੰਮੀ ਉਮਰ ਭੋਗ ਲਵੇ, ਲੇਖੇ ਵਿੱਚ ਨਹੀਂ ਪੈਂਦੀ। ਉਹਦਾ ਇੱਕ ਪਲ ਵੀ ਲੇਖੇ ਵਿੱਚ ਨਹੀਂ ਪੈਣਾ। ਨਾਨਕ ਬਾਲ ਤਨ ਰੰਡੇ ਪਾ, ਬਿਨ ਫਿਰ ਤਨ ਕੁਮਲਾਣੀ। ਕਹਿਣ ਲੱਗੇ ਮੈਂ ਪਤੀ ਪਰਮੇਸ਼ਰ ਨੂੰ ਜਾਣਿਆ ਹੀ ਨਹੀਂ, ਪਛਾਣਿਆ ਹੀ ਨਹੀਂ, ਔਗਣਾਂ ਨਾਲ ਭਰੀ ਹੋਈ। ਤੇ ਆਪਾਂ ਵੇਖਦੇ ਕਈ ਵਾਰ ਕਿਸੇ ਬੱਚੀ ਦਾ ਵਿਆਹ ਹੁੰਦਾ ਹੈ ਤੇ ਜੇ ਵਿਆਹ ਦੀਆਂ ਖੁਸ਼ੀਆਂ ਲੋਕ ਮਨਾ ਕੇ ਹਟੇ ਹੁੰਦੇ ਨੇ ਕਿ ਨਾਲੇ ਹੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ ਕਿ ਉਸ ਬੱਚੀ ਦਾ ਤੇ ਤਲਾਕ ਵੀ ਹੋ ਗਿਆ ਤੇ ਲੋਕ ਹੈਰਾਨ ਹੋ ਜਾਂਦੇ, ਕਮਾਲ ਹੋ ਗਈ। ਅਜੇ ਤੇ ਵਿਆਹ ਦੀਆਂ ਖੁਸ਼ੀਆਂ ਨਹੀਂ ਪੂਰੀਆਂ ਹੋਈਆਂ, ਚਾਅ ਨਹੀਂ ਸੀ ਮੁੱਕੇ ਤੇ ਨਾਲੇ ਹੀ ਤਲਾਕ ਦੀ ਖਬਰ ਆ ਗਈ। ਤੇ ਬਾਅਦ ਵਿੱਚ ਪਤਾ ਲੱਗਦਾ ਕਿ ਉਸ ਬੱਚੀ ਨੂੰ ਨਾ ਤੇ ਕੋਈ ਰੋਟੀ ਟੁੱਕ ਕਰਨਾ ਆਉਂਦਾ, ਨਾ ਕੋਈ ਲੀੜਾ ਕੱਪੜਾ ਸਿਉਣਾ ਜਾਣਦੀ, ਨਾ ਉਹਨੂੰ ਕੋਈ ਸਲੀਕਾ ਹੈ ਕਿ ਵੱਡਿਆਂ ਨਾਲ ਕਿਵੇਂ ਬੋਲਣਾ ਹੈ, ਘਰ ਵਿੱਚ ਕਿਵੇਂ ਰਹਿਣਾ ਹੈ। ਉਹਨੂੰ ਕਿਸੇ ਗੱਲ ਦਾ ਸਲੀਕਾ ਤੇ ਸਮਝ ਨਹੀਂ। ਇਸ ਕਰਕੇ ਕੁਝ ਹੀ ਦਿਨਾਂ ਬਾਅਦ ਉਹਨੂੰ ਤਲਾਕ ਦੇ ਦਿੱਤਾ ਗਿਆ। ਉਹਨੂੰ ਫਿਰ ਪੇਕੇ ਘਰ ਵਿੱਚ ਆਉਣਾ ਪਿਆ। ਉਹਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ। ਪਰ ਦੂਜੇ ਪਾਸੇ ਜਿਸ ਬੱਚੀ ਦੇ ਜੀਵਨ ਵਿੱਚ ਗੁਣ ਹਨ, ਜਿਹੜੀ ਬੱਚੀ ਕੋਲ ਚੰਗਾ ਆਚਾਰ ਵਿਹਾਰ ਹੈ, ਉਹਨੂੰ ਮਾਣ ਤੇ ਸਤਿਕਾਰ ਮਿਲਿਆ ਸਹੁਰਿਆਂ ਦੇ ਘਰ ਵਿੱਚ। ਤੇ ਜਦੋਂ ਉਹ ਪੇਕੇ ਘਰ ਵਿੱਚ ਆਈ ਨਾ ਦੁਬਾਰਾ ਮਿਲਣ ਵਾਸਤੇ, ਉਸ ਵੇਲੇ ਵੀ ਉਹਨੂੰ ਇੰਨਾ ਮਾਣ ਮਿਲਿਆ, ਕਹਿਣ ਲੱਗੇ ਅੱਜ ਤੂੰ ਸਾਡਾ ਸਿਰ ਉੱਚਾ ਕਰਵਾਇਆ ਏ, ਅੱਜ ਤੇਰੇ ਕਰਕੇ ਸਾਨੂੰ ਵੀ ਮਾਣ ਮਿਲ ਰਿਹਾ ਏ।
क्योंकि जिस वेले कोई बच्चा जां बच्ची चंगा काम करे ते नाल मां प्यो दा नाम भी रोशन हो जाता है। मां प्यो दा भी कहते धन ने वो माता पिता जिन्हां ने इहो जी सिक्ख्या इस बच्चे नूं बच्ची नूं दित्ती है। ते जेकर कोई बच्चा जां बच्ची मंदे कर्मां विच लग जाए, माड़े कर्म करके जीवन नूं खुआर कर बैठे, ते लोग कहंदे इहदे मां प्यो भी इहो ਜਿਹੇ होने ने, ਜਿਹੋ जी कोको ओहो जे बच्चे ਇਹਦੇ माता पिता दे भी जीवन विच ਇਹੋ ਜਿਹੀਆਂ ਗੱਲਾਂ ਹੀ ਹੋਣੀਆਂ ਨੇ, ਤਾਂ ਕਰਕੇ ਇਹ ਨਿਆਣਾ ਵਿਗੜ ਗਿਆ। ਇੱਥੇ ਹਜੂਰ ਕਹਿੰਦੇ ਨੇ ਮੈਂ ਤਾਂ ਪਤੀ ਪਰਮੇਸ਼ਰ ਨੂੰ ਪਛਾਣ ਨਹੀਂ ਸਕੀ, ਜਾਣ ਨਹੀਂ ਸਕੀ, ਤੇ ਮੈਂ ਬਚਪਨ ਵਿੱਚ ਹੀ ਬਾਲਪਨ ਰੰਡੇ ਪਾ ਰੰਡੀ ਹੋ ਗਈ ਆ। ਮੈਨੂੰ ਮੇਰਾ ਸਾਈਂ ਮਿਲਿਆ ਹੀ ਨਹੀਂ, ਛੱਡ ਗਿਆ ਖਸਮ ਮੇਰਾ ਮੈਨੂੰ, ਹੁਣ ਮੈਂ ਕੀ ਕਰਾਂ। ਫਿਰ ਅਗਲੇ ਬੰਦ ਦੇ ਵਿੱਚ ਫਿਰ ਜਾ ਕੇ ਬੇਨਤੀ ਕੀਤੀ, ਬਾਬਾ ਮੈਂ ਵਰ ਦੇ, ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ। ਆਖਿਆ ਹੈ ਬਾਬਾ, ਹੈ ਭਾਈ ਕਿਰਪਾ ਕਰੋ, ਮੈਨੂੰ ਦੱਸੋ ਮੈਨੂੰ ਮੇਰਾ ਵਰ ਖਸਮ ਪਤੀ ਕਿਵੇਂ ਮਿਲੇ। ਤੁਸੀਂ ਰਹਿਮਤ ਕਰਕੇ ਮੈਨੂੰ ਮੇਰੇ ਪਤੀ ਦੇ ਨਾਲ ਮਿਲਾ ਦਿਓ, ਕਿਉਂਕਿ ਉਹਦੇ ਤੋਂ ਬਿਨਾ ਮੇਰੀ ਜ਼ਿੰਦਗੀ ਵਿਅਰਥ ਹੈ। ਰਵ ਰਹਿਆ ਜੁਗ ਚਾਰ, ਤਿਰ ਭਵਨ ਬਾਣੀ ਜਿਸ ਕੀ ਬਲਰਾਮ ਜੀਓ। ਕਹਿਣ ਲੱਗੇ ਮੇਰਾ ਖਸਮ ਪਤੀ ਮੈਨੂੰ ਮਿਲਾ ਦਿਓ, ਜਿਹੜਾ ਸਾਰੇ ਯੁੱਗਾਂ ਦੇ ਵਿੱਚ ਹਰ ਪਾਸੇ ਤ੍ਰਿਭਵਨ ਵਿੱਚ ਰਮਿਆ ਹੋਇਆ ਏ, ਜਿਹਦਾ ਹੁਕਮ ਸਾਰੇ ਸੰਸਾਰ ਵਿੱਚ ਲਾਗੂ ਹੁੰਦਾ ਏ। ਤ੍ਰਿਭਵਨ ਕੰਤ ਰਵੈ ਸੁਹਾਗਣ, ਅਵਗਣਵੰਤੀ ਦੂਰੇ। ਤੇ ਜਦੋਂ ਇਹ ਬੇਨਤੀ ਕੀਤੀ ਨਾ ਜੀਵ ਰੂਪ ਇਸਤਰੀ ਨੇ, ਤੇ ਗੁਰੂ ਨੇ ਫਿਰ ਦੱਸਿਆ ਹੈ ਭਾਈ ਉਹ ਪ੍ਰਭੂ ਪਰਮੇਸ਼ਰ ਉਹ ਉਹਨਾਂ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਜਿਨ੍ਹਾਂ ਦੇ ਜ਼ਿੰਦਗੀ ਵਿੱਚ ਗੁਣ ਹੋਣ, ਤੇ ਜਿਹੜੀਆਂ ਔਗਣਾਂ ਨਾਲ ਭਰੀਆਂ ਹੋਈਆਂ ਨੇ ਨਾ ਉਹਨਾਂ ਨੂੰ ਉਹ ਆਪਣੇ ਨਾਲ ਨਹੀਂ ਮਿਲਾਉਂਦਾ, ਉਹ ਤੇ ਦੂਰ ਹੀ ਰਹਿੰਦੀਆਂ। ਜੈਸੀ ਆਸਾ ਤੈਸੀ ਮਨਸਾ, ਪੂਰ ਰਹਿਆ ਭਰਪੂਰੇ। ਕਹਿੰਦੇ ਉਹ ਤੇ ਸਾਰੀਆਂ ਥਾਵਾਂ ਤੇ परिपूर्ण है, सारियां थावां ते रमिया होया है। ਜਿਹੋ जी किसी दी आसा हुंदी है, मन दी मनशा हुंदी, सब पूरियां करन वाला है। हर की नार सो सर्ब सुहागण, रांड न मैले वेसे। कहंदे ਜਿਹੜੀਆਂ तन मन तन उस परमेश्वर निरंकार ਨੂੰ सौंप देंदियां ने, ਉਹ ਸੋਹਣੇ ਜੀਵਨ ਵਾਲੀਆਂ ਇਸਤਰੀਆਂ ਉਹ ਖਸਮ ਪ੍ਰਭੂ ਨੂੰ ਚੰਗੀਆਂ ਲੱਗਦੀਆਂ ਭਾਉਂਦੀਆਂ ਨੇ। ਤੇ ਜਿਨ੍ਹਾਂ ਦਾ ਆਚਾਰ ਵਿਹਾਰ ਤੇ ਕਿਰਦਾਰ ਠੀਕ ਨਹੀਂ ਨਾ, ਉਹ ਪਰਮੇਸ਼ਰ ਨੂੰ ਕਦੇ ਵੀ ਰਿਝਾ ਨਹੀਂ ਸਕਦੀਆਂ, ਉਹ ਕਦੇ ਵੀ ਪ੍ਰਭੂ ਪਤੀ ਦੀ ਖੁਸ਼ੀ ਨਹੀਂ ਲੈ ਸਕਦੀਆਂ। ਤੇ ਬਾਬਾ ਫਰੀਦ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ, ਬਾਬਾ ਫਰੀਦ ਸਾਹਿਬ ਨੇ ਇੱਕ ਬੱਚੀ ਨੂੰ ਪੁੱਛਿਆ ਜਿਹੜੀ ਸੁਹਾਗ ਦੇ ਵੇਸ ਵਾਲੀ ਹੈ, ਉਹਦਾ ਵੇਸ ਵੇਖ ਕੇ ਲੱਗਦਾ ਕਿ ਸੁਹਾਗਣ ਹੈ। ਤੇ ਉਸ ਸੁਹਾਗਣ ਬੱਚੀ ਨੂੰ ਬਾਬਾ ਫਰੀਦ ਸਾਹਿਬ ਪੁੱਛਦੇ, ਭਲੀਏ ਤੂੰ ਕੀ ਟੋਲਦੀ ਫਿਰਦੀ, ਕੀ ਲੱਭਦੀ ਹੈ। ਉਹਨੇ ਆਖਿਆ ਮੈਂ ਆਪਣੇ ਕੰਤ ਨੂੰ ਪਤੀ ਨੂੰ ਲੱਭਦੀ ਫਿਰਦੀ ਆ। ਆਖਿਆ ਕੀ ਗੱਲ ਹੋ ਗਈ, ਤੇਰਾ ਪਤੀ ਤੇਰਾ ਕੰਤ ਤੇਰੇ ਤੋਂ ਵਿਛੜਿਆ ਹੋਇਆ, ਤੇਰੇ ਤੋਂ ਗਵਾਚਿਆ ਹੋਇਆ, ਕਿੱਥੇ ਹੈ। ਉਹਨੇ ਆਖਿਆ ਮੈਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਮੈਨੂੰ ਮਿਲ ਨਹੀਂ ਰਿਹਾ। ਮੈਂ ਬੜਾ ਯਤਨ ਕੀਤਾ, ਮੈਂ ਆਪਣੇ ਪਤੀ ਕੰਤ ਨੂੰ ਮਿਲਾਂ, ਪਰ ਉਹ ਮਿਲਦਾ ਨਹੀਂ। ਤੇ ਬਾਬਾ ਫਰੀਦ ਸਾਹਿਬ ਨੇ ਉਸ ਬੱਚੀ ਨਾਲ ਗੱਲ ਕੀਤੀ ਜਿਹੜੀ ਸੁਹਾਗਣਾ ਵਾਲਾ ਵੇਸ ਪਾ ਕੇ ਆਪਣੇ ਪਤੀ ਕੰਤ ਨੂੰ ਲੱਭਦੀ ਸੀ। ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਟੁਡੇਂਦੀਏ ਸੁਹਾਗ ਕੂ। ਕਹਿੰਦੇ ਹੇ ਸੁਹਾਗ ਨੂੰ ਲੱਭਣ ਵਾਲੀਏ, ਟੁੰਡੇਂਦੀਏ ਸੁਹਾਗ ਕੂ, ਤਾਉ ਤਨ ਕਾਈ ਕੋਰ। ਕਹਿਣ ਲੱਗੇ ਤੂੰ ਸੁਹਾਗ ਨੂੰ ਲੱਭਦੀ ਫਿਰਦੀ ਆਪਣੇ ਪਤੀ ਨੂੰ, ਕੋਈ ਨਾ ਕੋਈ ਕਮੀ ਤਾਂ ਤੇਰੇ ਵਿੱਚ ਹੀ ਹੋਣੀ ਹੈ, ਕੋਈ ਨਾ ਕੋਈ ਘਾਟ ਤਾਂ ਤੇਰੇ ਵਿੱਚ ਹੋਏਗੀ।